ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 23ਵੀਂ ਤੇ ਪਦ ਤੀਜਾ ਵਿਚਾਰਨ ਜਾ ਰਹੇ ਹਾਂ। ਜਿਵੇਂ ਹਰ ਵੇਲੇ ਆਪਾਂ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇੰਨਾ ਸਿਆਣਾ ਨਹੀਂ, ਇੰਨਾ ਵਿਵੇਕ ਬੁੱਧ ਵਾਲਾ ਨਹੀਂ ਜਿਹੜਾ ਸੱਚੇ ਪਾਤਸ਼ਾਹ ਦੀਆਂ ਰਮਜ਼ਾਂ ਨੂੰ ਸਮਝ ਸਕੇ। ਜਿੰਨੀ ਉਹ ਮਿਹਰ ਕਰਦੇ ਹਨ ਉਹਨਾਂ ਪ੍ਰਾਣੀ ਵਿਚਾਰਦਾ ਹੈ, ਉਹਨਾਂ ਬੋਲਦਾ ਹੈ ਤੇ ਉਹਨੇ ਸੁਣਦਾ ਹੈ। ਇਨਸਾਨ ਆਪਣੇ ਆਪ ਵਿੱਚ ਕੁਝ ਵੀ ਨਹੀਂ ਹੈ। ਜਿਸ ਤਰ੍ਹਾਂ ਸਵਾਮੀ ਚਲਾਉਂਦਾ ਹੈ ਉਹ ਚੱਲਦਾ ਹੈ। ਗੁਰੂ ਪਿਆਰਿਓ, ਸੁਖਮਣੀ ਸਾਹਿਬ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਮਨੁੱਖਤਾ ਉੱਤੇ। ਸੁੱਖਾਂ ਦੀ ਮਣੀ, ਸੁੱਖਾਂ ਦਾ ਖਜ਼ਾਨਾ, ਅੰਮ੍ਰਿਤ ਦਾ ਸਾਗਰ, ਇਨਸਾਨ ਨੂੰ ਭਗਵਾਨ ਦੇ ਨਾਲ ਜੋੜਨ ਦਾ ਇੱਕ ਤਰੀਕਾ, ਇੱਕ ਸੌਖੀ ਵਿਧੀ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਈ ਹੈ। ਪ੍ਰਾਣੀ ਕਦੇ ਵੀ ਲੇਟ ਨਹੀਂ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹਮੇਸ਼ਾ ਹੀ ਹੁੰਦੀ ਰਹਿੰਦੀ ਹੈ। ਜਦੋਂ ਵੀ ਮੋੜ ਪੈ ਗਿਆ ਉਹਦੀ ਅਪਾਰ ਕਿਰਪਾ ਨਾਲ ਹੀ ਪੈਂਦਾ ਹੈ। ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸਮੇਂ ਨੂੰ, ਪ੍ਰਾਣੀ ਨੂੰ, ਦੋਨੇ ਹੀ ਚੱਲਣਹਾਰ ਹਨ, ਅਖੀਰ 'ਚ ਮੁੱਕ ਜਾਂਦੇ ਹਨ। ਪ੍ਰਭੂ ਪਿਆਰਾ ਅਮੁੱਕ ਹੈ, ਆ ਚੱਲ ਹੈ। ਚੱਲਣ ਵਾਲਿਆਂ ਨੂੰ ਤੇ ਮੁੱਕਣ ਵਾਲਿਆਂ ਨੂੰ ਆ ਚੱਲ ਤੇ ਅਮੁੱਕ ਨਾਲ ਜੋੜਿਆ ਹੈ। 24,000 ਅੱਖਰ ਵਰਤੇ ਹਨ ਪਾਤਸ਼ਾਹ ਨੇ। 24 ਅਸ਼ਟਪਦੀਆਂ ਹਨ। ਇੱਕ ਅਸ਼ਟਪਦੀ ਦੇ 8 ਭਾਗ ਹਨ, ਜਾਣੀ 8 ਪਦ ਹਨ। ਦੂਸਰੇ ਪਾਸੇ ਇਨਸਾਨ 24 ਘੰਟਿਆਂ ਦੇ ਵਿੱਚ ਔਸਤਾਨਾ ਤੌਰ 'ਤੇ 24,000 ਸਵਾਸ ਲੈਂਦਾ ਹੈ। 24 ਘੰਟਿਆਂ ਦੇ ਵਿੱਚ 8 ਪਹਿਰ ਹਨ। 3 ਘੰਟਿਆਂ ਨੂੰ ਮਿਲਾ ਕੇ ਇੱਕ ਪਹਿਰ ਬਣਦਾ ਹੈ। ਸੱਚੇ ਪਾਤਸ਼ਾਹ ਨੇ ਆਪਣੇ ਪਿਆਰੇ ਸਿੱਖ ਉੱਤੇ ਮਿਹਰ ਕੀਤੀ ਹੈ ਕਿ ਪ੍ਰਾਣੀ ਸਵਾਸ ਪ੍ਰਭੂ ਨੂੰ ਸਿਮਰ। ਪ੍ਰਭੂ ਤੇਰੇ ਉੱਤੇ ਟੁੱਟ ਜਾਵੇਗਾ। ਤੂੰ ਮਿਹਨਤ ਕਰਕੇ ਤਾਂ ਦੇਖ। ਜਿਨ੍ਹਾਂ ਨੇ ਮਸ਼ੱਕਤ ਕੀਤੀ ਆ ਉਹਨਾਂ ਦੇ ਮੁੱਖ ਉਜਲੇ ਹੋ ਗਏ। ਉਹ ਧਾਰਨ ਦੇ ਸਮਰੱਥ ਹੋ ਗਏ। ਕਿੰਨੇ ਤਰੇ ਹਨ ਉਹਨਾਂ ਕੋਲੋਂ, ਗਿਣਤੀ ਵੀ ਨਹੀਂ ਹੋ ਸਕਦੀ। ਤੂੰ ਵੀ ਉਹਨਾਂ ਵਰਗਾ ਬਣ ਸਕਦਾ ਹੈ। ਗੁਰੂ ਦੀ ਮਿਹਰ ਨਾਲ, ਗੁਰੂ ਦੀ ਕਿਰਪਾ ਦੇ ਨਾਲ ਸਿਰਫ ਆਪਣੇ ਆਪ ਨੂੰ ਛੱਡ ਦੇ, ਆਪਣੀ ਮੈਂ ਨੂੰ ਮਾਰ ਲੈ, ਗੁਰੂ ਦੀ ਮੱਤ ਲੈ ਲੈ। ਲਾਭ ਹੀ ਲਾਭ ਹੈ। ਤੇਰੀ ਮੱਤ ਨੇ ਕੀ ਕਮਾਇਆ ਚੱਲਿਆ। ਮਾਇਆ ਨੇ ਤੈਨੂੰ ਸਾਰਾ ਜੀਵਨ ਨਚਾਇਆ, ਤੈਨੂੰ ਵਕਤਾਂ ਦੇ ਵਿੱਚ ਪਾਇਆ। ਨਾ ਕੁਝ ਖੱਟਿਆ ਤੇ ਨਾ ਕਮਾਇਆ। ਜਿਹੜੇ ਢੇਰਾਂ ਦੇ ਢੇਰ ਤੈਂ ਜੋੜ ਲਏ ਉਹ ਅਸਲੀ ਤੇਰੀਆਂ ਮੁਸੀਬਤਾਂ ਦੇ ਕਾਰਨ ਬਣ ਗਏ। ਹੁਣ ਅਜੇ ਵੀ ਕੁਝ ਨਹੀਂ ਵਿਗੜਿਆ। ਪਿੱਛੇ ਮੁੜ ਕੇ ਦੇਖ ਲੈ। ਵਾਹਿਗੁਰੂ ਤੇਰੀ ਇੰਤਜ਼ਾਰ ਕਰ ਰਿਹਾ, ਤੈਨੂੰ ਉਡੀਕ ਰਿਹਾ।
कि मेरा भुल्लिया पुत्र वापस आवेगा, जरूर आवेगा। मैं ਉਹਨੂੰ ਘੁੱਟ ਕੇ ਗੁਰਬਖੜੀ ਪਾਵਾਂਗਾ, ਪਿਆਰ ਕਰਾਂਗਾ ਤੇ ਉਹਦਾ ਜੀਵਨ ਮੋਕਸ਼ ਵੱਲ ਲੈ ਕੇ ਜਾਵਾਂਗਾ। ਤੇਰਾ ਪਰਮਾਤਮਾ ਤੇਰਾ ਹੈ, ਕਦੇ ਅਪਾਉਣੇ ਵਾਲਾ ਪਿਤਾ ਬਗਾਨਾ ਹੋ ਸਕਦਾ ਹੈ? ਮਾਇਆ ਨੇ ਛੱਡ ਲਿਆ ਤੈਨੂੰ। ਮਾਇਆ ਇੱਕ ਨੌਕਰੀ ਕਰਨ ਵਾਲੀ ਦਾਸੀ ਹੈ ਪ੍ਰਭੂ ਦੀ। ਤੂੰ ਉਹਨੂੰ ਮਹਾਨ ਸਮਝ ਬੈਠਾ। ਉਹਦਾ ਮਾਲਕ ਈਸ਼ਵਰ ਹੈ, ਤੇਰਾ ਰਚਣਹਾਰਾ ਹੈ। ਗੁਰੂ ਪਿਆਰਿਓ, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਇਨਸਾਨ ਨੂੰ ਭਗਵਾਨ ਦੇ ਨਾਲ ਜੋੜਨ ਦੇ ਲਈ ਹਰ ਸਵਾਸ ਵਾਹਿਗੁਰੂ ਵਾਹਿਗੁਰੂ ਕਰਨ ਦੇ ਲਈ ਸਮਝਾਇਆ ਹੈ। ਸੱਚੇ ਪਾਤਸ਼ਾਹ ਸੁਖਮਣੀ ਸਾਹਿਬ ਦੇ ਵਿੱਚ 3 ਪ੍ਰਮੁੱਖ ਵਿਸ਼ੇ ਚੁਣਦੇ ਹਨ। ਪਹਿਲਾ ਵਿਸ਼ਾ ਵਾਹਿਗੁਰੂ ਅਕਾਲ ਪੁਰਖ ਦੀ ਉਸਤਤ, ਗੁਣ ਗਾਇਨ, ਸੱਚੇ ਪਾਤਸ਼ਾਹ ਨੂੰ ਨਮਸਕਾਰ, ਉਹਦੇ ਵਿਰਾਟ ਰੂਪ ਦਾ ਵਿਸਤਾਰ, ਉਹਦੇ ਸੂਖਮ ਰੂਪ ਦੀ ਜਾਣਕਾਰੀ। ਜਦੋਂ ਉਹ ਇਕੱਲਾ ਸੀ ਉਹਦਾ ਵੀ ਵਰਣਨ ਕੀਤਾ ਹੈ ਪਰਮੇਸ਼ਰ ਦਾ। ਧੰਨ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਉਹਦਾ ਪਸਾਰਾ ਬੇਅੰਤ ਕਹਿ ਕੇ ਗਰਦਾਨਿਆ ਹੈ। ਗਿਣਿਆ ਨਹੀਂ ਜਾ ਸਕਦਾ, ਨਾਪਿਆ ਨਹੀਂ ਜਾ ਸਕਦਾ। ਮਾਪ ਹੈ, ਗਿਣਿਆ ਨਹੀਂ ਜਾ ਸਕਦਾ, ਤੋਲਿਆ ਨਹੀਂ ਜਾ ਸਕਦਾ। ਕੌਣ ਤੋਲੇਗਾ, ਕੌਣ ਉਹਨੂੰ ਮਾਪੇਗਾ, ਕੌਣ ਉਹਦੀ ਕੀਮਤ ਪਾਵੇਗਾ? ਦੁਨੀਆ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਗਿਆਨੀ ਨਹੀਂ, ਐਡਾ ਵੱਡਾ ਸਕੋਲਰ ਨਹੀਂ ਜਿਹੜਾ ਪਰਮਾਤਮਾ ਦਾ ਮੁੱਲ ਪਾ ਸਕੇ। ਮੁੱਲ ਪਾਉਣ ਦੇ ਲਈ ਉਹਦੇ ਜਿੰਨਾ ਗਿਆਨ ਹੋਣਾ ਅਵੱਸ਼ ਹੈ, ਓਨਾ ਵੱਡਾ ਬਣਨਾ ਅਵੱਸ਼ ਹੈ। ਉਹਦੇ ਮੁਕਾਬਲੇ ਦੇ ਵਿੱਚ ਕੋਈ ਨਾ ਕੋਈ ਹੋਣਾ ਚਾਹੀਦਾ ਹੈ। ਮੁੱਲ ਕਿਸ ਤਰ੍ਹਾਂ ਪਾਵੇਗਾ? ਇੱਕ ਦਾ ਕਦੇ ਮੁੱਲ ਪਿਆ ਹੈ? ਜਿਹੜਾ ਹੈ ਹੀ ਇੱਕ, ਉਹ ਪ੍ਰਾਈਸਲੈਸ ਹੈ, ਉਹਦੀ ਕੀਮਤ ਪਾਈ ਹੀ ਨਹੀਂ ਜਾ ਸਕਦੀ। ਉਹਦੇ ਵਰਗਾ ਕੋਈ ਹੈ ਨਹੀਂ। ਧੰਨ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਇਸ ਪਦ ਦੇ ਵਿੱਚ ਮਿਹਰ ਕੀਤੀ ਹੈ। ਵੇਦ ਪੁਰਾਨ ਸਿਮਰਤ ਮੈਂ ਦੇਖ। ਦੁਨੀਆ ਦੇ ਵਿੱਚ ਬਹੁਤ ਸਾਰੇ ਧਾਰਮਿਕ ਗ੍ਰੰਥ ਰਚੇ ਗਏ ਹਨ। ਹਰ ਕਿਸੇ ਨੇ ਆਪਣੀ ਸਮਝ ਦੇ ਨਾਲ, ਆਪਣੀ ਅਕਲ ਦੇ ਨਾਲ ਵਾਹਿਗੁਰੂ ਦਾ ਗੀਤ ਗਾਇਆ ਹੈ। ਹਰ ਕਿਸੇ ਨੇ ਆਪਣੀ ਬੋਲੀ ਦੇ ਵਿੱਚ, ਆਪਣੀ ਭਾਸ਼ਾ ਦੇ ਵਿੱਚ ਪ੍ਰਭੂ ਨੂੰ ਯਾਦ ਕੀਤਾ ਹੈ, ਉਹਦੀ ਉਸਤਤ ਕੀਤੀ ਹੈ। ਦੁਨੀਆ ਦੇ ਵਿੱਚ ਬਹੁਤ ਪੈਗੰਬਰ ਆਏ ਹਨ ਜਿਨ੍ਹਾਂ ਨੇ ਉਹਨੂੰ ਪਾ ਲਿਆ, ਸਮਝ ਲਿਆ, ਫਿਰ ਉਹਨਾਂ ਨੇ ਉਹਦੇ ਗੀਤ ਗਾਏ, ਖੂਬ ਗੀਤ ਗਾਏ। ਜੀਸਸ ਕ੍ਰਾਈਸਟ ਨੇ ਵੀ ਗੀਤ ਗਾਇਆ, ਮੁਹੰਮਦ ਸਾਹਿਬ ਨੇ ਵੀ ਗੀਤ ਗਾਇਆ, ਮਹਾਤਮਾ ਬੁੱਧ ਨੇ ਆਪਣਾ ਗੀਤ ਗਾਇਆ। ਹਰ ਕਿਸੇ ਨੇ ਆਪਣਾ, ਰਾਮ ਕ੍ਰਿਸ਼ਨ ਨੇ ਆਪਣਾ ਗੀਤ ਗਾਇਆ। ਹਰ ਕਿਸੇ ਨੇ ਗੀਤ ਗਾਇਆ। ਗੁਰੂ ਨਾਨਕ ਨੇ
ਆਪਣੇ ਤੌਰ ਤਰੀਕੇ ਦੇ ਨਾਲ ਦੁਨੀਆ ਨੂੰ ਗੀਤ ਗਾ ਕੇ ਸੁਣਾਇਆ। ਖਮਾਰੀ ਦਾ ਗੀਤ ਇੱਕ ਕਵੀ ਦਾ ਗੀਤ ਨਾਲ ਆਪ ਗਾਇਆ ਤੇ ਨਾਲ ਹੀ ਰਚਨਾ ਕੀਤੀ। ਆਪਣੇ ਸਾਥੀ ਮਰਦਾਨੇ ਦੇ ਨਾਲ ਵਾਹਿਗੁਰੂ ਅਕਾਲ ਪੁਰਖ ਕਰਤੇ ਦਾ ਨਿਰੰਕਾਰ ਦਾ ਗੀਤ ਗਾਇਆ। ਉਹ ਕੋਈ ਆਮ ਗੀਤ ਨਹੀਂ ਹੈ, ਪ੍ਰਭੂ ਦਾ ਭੇਜਿਆ ਹੋਇਆ ਗੀਤ ਹੈ। ਪ੍ਰਭੂ ਨੇ ਬਾਣੀ ਦੁਨੀਆ ਨੂੰ ਤਰਨ ਦੇ ਲਈ ਆਪ ਭੇਜੀ ਹੈ। ਇਹ ਰੂਹਾਂ ਨੂੰ ਤਰਨ ਦਾ ਇੱਕ ਸਮੁੰਦਰ ਹੈ, ਸਾਗਰ ਹੈ, ਨੈਕਟਰ ਹੈ, ਜਿਹੜਾ ਗੁਰੂ ਨਾਨਕ ਸਾਹਿਬ ਨੇ 10 ਜੋਤਾਂ ਦੇ ਵਿੱਚ ਤਿਆਰ ਕੀਤਾ ਹੈ। 10ਵੇਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਨੇ ਖੱਡੇ ਦੀ ਧਾਰ ਦੇ ਵਿੱਚੋਂ ਬਖਸ਼ਿਸ਼ ਕੀਤੀ ਹੈ ਤੇ ਇੱਕ ਭਿੰਨ ਕਿਸਮ ਦੀ ਕੌਮ ਤਿਆਰ ਕੀਤੀ ਹੈ, ਖਾਲਸਾ, ਪਿਓਰ, ਪਰਫੈਕਟ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਸਾਰੇ ਪਾਸੇ ਹੀ ਉਹ ਫੈਲਿਆ ਹੋਇਆ ਹੈ, ਸਾਰਿਆਂ ਦੇ ਵਿੱਚ ਉਹ ਵਸ ਰਿਹਾ ਹੈ, ਸਾਰੇ ਹੀ ਉਹਦਾ ਰੂਪ ਹਨ। ਉਹ ਕਿਹੜੀ ਜਗ੍ਹਾ ਹੈ ਜਿੱਥੇ ਉਹ ਨਹੀਂ ਹੈ? ਜਿਹਨੇ ਵੀ ਕਿਤਾਬਾਂ ਲਿਖੀਆਂ, ਉਹਦੇ ਗੀਤਾਂ ਦੀਆਂ, ਵੇਦ ਲਿਖੇ ਗਏ, ਪੁਰਾਣ ਲਿਖੇ ਗਏ, ਸਿਮਰਤੀਆਂ ਲਿਖੀਆਂ ਗਈਆਂ, ਸਾਰੀਆਂ ਦੇ ਵਿੱਚ ਉਹਦੀ ਉਸਤਤ ਕੀਤੀ ਗਈ ਹੈ। ਆਪਣੇ ਆਪਣੇ ਤਰੀਕਿਆਂ ਦੇ ਨਾਲ, ਪਰ ਸਾਰਿਆਂ ਦੇ ਵਿੱਚ ਉਹ ਵਸ ਰਿਹਾ ਹੈ, ਮੌਜੂਦ ਹੈ। ਉਹ ਕਿਸੇ ਦੇ ਨਾਲ ਪੱਖਪਾਤ ਨਹੀਂ ਕਰਦਾ, ਸਾਰਿਆਂ ਨੂੰ ਸਮਾਨ ਸਮਝਦਾ ਹੈ। ਉਹਦੀ ਰਚਨਾ ਹੀ ਵੇਦ ਹਨ, ਉਹਦੀ ਰਚਨਾ ਹੀ ਪ੍ਰਾਨ ਸਿਮਰਤ ਹਨ। ਸੂਰਜ ਵੀ ਉਹਨੇ ਬਣਾਏ ਹਨ, ਤਾਰੇ ਵੀ ਉਹਨੇ ਸਿਰਜੇ ਹਨ, ਚੰਦਰਮਾਵਾਂ, ਬੇਅੰਤ ਬ੍ਰਹਿਮੰਡ ਨੂੰ ਰਚਣ ਵਾਲਾ ਉਹ ਆਪ ਹੀ ਹੈ। ਵੇਦਾਂ ਦੇ ਵਿੱਚ, ਪੁਰਾਣਾਂ ਦੇ ਵਿੱਚ, ਸਿਮਰਤੀਆਂ ਦੇ ਵਿੱਚ ਉਹ ਹਾਜ਼ਰ ਨਾਜ਼ਰ ਹੈ। ਚੰਦਰਮਾ, ਸੂਰਜ, ਤਾਰਿਆਂ, ਸਾਰਿਆਂ ਦੇ ਅੰਦਰ ਸਾਹਿਬ ਮੌਜੂਦ ਹੈ। ਪ੍ਰਭੂ ਦੀ ਬਾਣੀ ਗੁਰੂ ਨਾਨਕ ਸਾਹਿਬ ਨੇ ਲੋਕਾਈ ਨੂੰ ਦਿੱਤੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਬਸਤੀ ਦੇ ਵਿੱਚ ਆ ਕੇ ਖਮਾਰੀ ਭਰਿਆ, ਪਰਮਾਤਮਾ ਦਾ ਭੇਜਿਆ ਹੋਇਆ ਗੀਤ ਗਾਇਆ ਹੈ। ਰੂਹਾਂ ਜਿਹਦੇ ਉੱਤੇ ਨੱਚਦੀਆਂ ਹਨ, ਟੱਪਦੀਆਂ ਹਨ, ਪਿਆਰ ਕਰਦੀਆਂ ਹਨ, ਆਤਮਾਵਾਂ ਜਿਹੜੀਆਂ ਭਗਵਾਨ ਦੀਆਂ ਪਿਆਰੀਆਂ ਹਨ, ਉਸ ਗੀਤ ਨੂੰ ਸੁਣ ਕੇ ਉਹ ਤਰ ਜਾਂਦੀਆਂ ਹਨ, ਮੁੜ ਕੇ ਸਧਾਰਨ ਨਹੀਂ ਰਹਿੰਦੀਆਂ, ਆਸਾ ਧਾਰਨ ਬਣ ਜਾਂਦੀਆਂ ਹਨ। ਜਿਹਨੇ ਵੀ ਗੁਰੂ ਨਾਨਕ ਦਾ ਗੀਤ ਸੁਣ ਲਿਆ, ਉਹ ਪਹਿਲਾਂ ਵਾਲਾ ਨਹੀਂ ਰਿਹਾ, ਬਦਲ ਗਿਆ। ਔਰ ਹਰ ਕੋਈ ਗਾਉਂਦਾ ਹੈ ਗੁਰੂ ਨਾਨਕ ਦਾ ਗੀਤ, ਸਾਹਿਬ ਦੀ ਬਾਣੀ ਨੂੰ ਹਰ ਕੋਈ ਉਚਾਰਨ ਕਰਦਾ ਹੈ। ਬਹੁਤ ਸਾਰੇ ਨੇ ਜਿਹੜੇ ਉਹਦਾ ਗੀਤ ਗਾਉਂਦੇ ਹਨ। ਸੋ ਦਰ ਕਿਹਾ ਸੋ ਕਰ ਕਿਹਾ, ਜਿੱਥਵੇਂ ਸਰਬ ਸੰਭਾਲੇ। ਉੱਥੇ ਨਾਦਾਂ ਦੀ ਆਵਾਜ਼ ਆ ਰਹੀ ਹੈ,
ਅਨਹਤਾ ਸ਼ਬਦ ਬਜੰਤ ਭੇਰੀ ਗੂੰਜ ਰਹੀ ਹੈ। ਸਾਰੇ ਹੀ ਗਾ ਰਹੇ ਹਨ, ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨ ਕਬਹੂ ਡੋਲੇ। ਅਸਥਿਰ ਹੈ, ਅਚਲ ਹੈ, ਆਮੁੱਕ ਹੈ। ਡੋਲਦੀ ਨਹੀਂ ਬਾਣੀ, ਡੋਲਣ ਵਾਲਿਆਂ ਨੂੰ ਸਹਾਰਾ ਦਿੰਦੀ ਹੈ, ਹਿੱਲਣ ਵਾਲਿਆਂ ਨੂੰ ਟਿਕਾਉਂਦੀ ਹੈ, ਕੱਚਿਆਂ ਨੂੰ ਪੱਕੇ ਕਰਦੀ ਹੈ। ਆਪ ਮਹਾਨ ਹੈ, ਦੂਸਰਿਆਂ ਨੂੰ ਗੁਣ ਦੇ ਕੇ ਮਹਾਨ ਬਣਾਉਂਦੀ ਹੈ। ਸਰਬ ਕਲਾ ਕਰ ਖੇਲੇ ਖੇਲ, ਮੋਲ ਨਾ ਪਾਈਏ ਗੁਣੇ ਅਮੋਲ। ਪ੍ਰਭੂ ਪਿਆਰਾ ਕਾਰਾਗਰੀ ਦੇ ਵਿੱਚ ਪਰਫੈਕਟ ਹੈ। ਉਹਦੀ ਖੇਲ ਉਹ ਆਪ ਹੀ ਜਾਣਦਾ ਹੈ, ਕਿਸੇ ਨੂੰ ਹੋਰ ਪਤਾ ਨਹੀਂ ਹੈ ਕਿ ਉਹਨੇ ਕਿਹੜੀ ਖੇਲ ਕਦੋਂ ਖੇਡਣੀ ਹੈ। ਦੁਨੀਆ ਉਹਦੀ ਖੇਲ ਹੈ, ਸੰਸਾਰ ਉਹਦਾ ਨਾਟਕ ਹੈ। ਉਹ ਆਪ ਹੀ ਪ੍ਰੋਡਿਊਸਰ ਹੈ, ਡਾਇਰੈਕਟਰ ਹੈ, ਐਕਟਰ ਹੈ ਤੇ ਦਰਸ਼ਕ ਵੀ ਉਹੀ ਹੈ। ਸਾਰੇ ਦੇ ਸਾਰੇ ਰੋਲ ਉਹ ਆਪ ਹੀ ਕਰਦਾ ਹੈ, ਆਪ ਹੀ ਪ੍ਰੋਡਿਊਸਰ ਬਣਾ ਦਿੰਦਾ ਹੈ, ਡਾਇਰੈਕਟਰ ਬਣਾ ਦਿੰਦਾ ਹੈ, ਐਕਟਰ ਬਣਾ ਦਿੰਦਾ ਹੈ ਤੇ ਦਰਸ਼ਕ ਬਣਾ ਕੇ ਦੇਖਣ ਦੇ ਲਈ ਖੜੇ ਕਰ ਦਿੰਦਾ ਹੈ। ਵਾਹ ਵਾਹ ਮੇਰੇ ਪ੍ਰਭੂ, ਤੇਰੀ ਕਾਰਾਗਰੀ ਕਿੰਨੀ ਮਹਾਨ ਹੈ। ਸਰਬ ਕਲਾ ਕਰ ਖੇਲੇ ਖੇਲ, ਤੂੰ ਆਪਣੀ ਕਾਰਾਗਰੀ ਦੇ ਨਾਲ ਕਿੰਨੀਆਂ ਵੱਖਰੀਆਂ ਵੱਖਰੀਆਂ ਕਿਸਮ ਦੀਆਂ ਖੇਡਾਂ ਖੇਡਦਾ ਹੈ। ਕੌਣ ਮੁੱਲ ਪਾ ਸਕਦਾ ਤੇਰਾ? ਤੇਰੇ ਜਿਹੜੇ ਗੁਣ ਨੇ ਉਹ ਅਣਮੁੱਲੇ ਹਨ, ਉਹਨਾਂ ਦਾ ਮੁੱਲ ਪਾਇਆ ਹੀ ਨਹੀਂ ਜਾ ਸਕਦਾ। ਪ੍ਰਾਈਸਲੈਸ ਹਨ। ਤੇਰੀਆਂ ਖੇਡਾਂ, ਤੇਰੇ ਨਾਟਕ, ਤੇਰੀ ਕਾਰਾਗਰੀ ਉੱਤੇ ਬਲਿਹਾਰੇ ਹੀ ਜਾ ਸਕਦਾ ਹੈ। ਤੇਰੀ ਸਮਝ ਤੈਨੂੰ ਹੀ ਹੈ, ਜਿੰਨਿਆਂ ਉੱਤੇ ਤੂੰ ਗੁਰਪ੍ਰਸਾਦ ਕਿਰਪਾ ਕਰਦਾ ਹੈ। ਥੋੜ੍ਹਾ ਥੋੜ੍ਹਾ ਉਹਨਾਂ ਨੂੰ ਸਮਝਾ ਦਿੰਦਾ ਹੈ ਪ੍ਰਭੂ, ਉਹ ਵੀ ਤੇਰੀ ਕਿਰਪਾ ਦੇ ਨਾਲ ਹੀ ਸਮਝਦੇ ਹਨ। ਮੁੱਲ ਪਾਇਆ ਹੀ ਨਹੀਂ ਜਾ ਸਕਦਾ। ਤੇਰੀ ਅਪਰੇਜ਼ਲ ਕੌਣ ਕਰੂਗਾ? ਮੁਕਾਬਲੇ ਦਾ ਕਿੱਥੋਂ ਲੈ ਕੇ ਆਊਗਾ? ਤੇਰਾ ਮੁਕਾਬਲਾ ਕਰਨ ਵਾਲਾ ਕੋਈ ਹੈ ਹੀ ਨਹੀਂ। ਸਰਬ ਜੋਤ ਮੈਂ ਜਾਕੀ ਜੋਤ, ਧਾਰ ਰਹਿਓ ਸੁਆਮੀ ਓਤ ਪੋਤ। ਪ੍ਰੀਤਮ ਪਿਆਰੇ, ਸਾਰੀਆਂ ਰੋਸ਼ਨੀਆਂ ਦੇ ਵਿੱਚ ਤੇਰੀ ਰੋਸ਼ਨੀ ਹੈ। ਜਦੋਂ ਤੂੰ ਪ੍ਰੀਤਮ ਪਿਆਰੇ ਸੂਰਜਾਂ ਦੀ ਸਿਰਜਣਾ ਕਰਦਾ ਹੈ, ਇੰਨੀ ਜ਼ਿਆਦਾ ਡਿਗਰੀਆਂ ਦਾ ਤੇਜ ਪ੍ਰਕਾਸ਼ ਕਰੋੜਾਂ ਮੀਲਾਂ ਤੋਂ ਵੀ ਅੱਖਾਂ ਨਹੀਂ ਦੇਖ ਸਕਦੀਆਂ। ਮੇਰੇ ਪ੍ਰੀਤਮ ਪਿਆਰੇ, ਤੂੰ ਬਰਫਾਂ ਦੇ ਪਹਾੜ ਬਣਾ ਦਿੰਦਾ ਹੈ। ਤੂੰ ਬੇਸਮਝ ਇਨਸਾਨਾਂ ਤੋਂ, ਛੱਜੂ ਵਰਗਿਆਂ ਤੋਂ ਗੀਤਾ ਦੀ ਕਥਾ ਕਰਾ ਦਿੰਦਾ ਹੈ। ਮਹਾਨ ਮੇਰੇ ਦਾਤਾ, ਤੇਰਾ ਤੇਜ ਤੇਤੋਂ ਬਿਨਾਂ ਹੋਰ ਕੋਈ ਕਰ ਹੀ ਨਹੀਂ ਸਕਦਾ। ਤੇਰੀ ਕਿਰਪਾ ਦੇ ਨਾਲ 84 ਕੱਟੀ ਜਾਂਦੀ ਹੈ। ਤੇਰੀ ਕਿਰਪਾ ਦੇ ਵਿੱਚ ਘੁੰਮਦਾ ਫਿਰਦਾ ਥੱਕਿਆ ਟੁੱਟਿਆ ਜੀਵ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆ ਕੇ ਮਿਸ਼ਨ ਪ੍ਰਾਪਤ ਕਰਦਾ ਹੈ। ਇਨਸਾਨੀ ਜੋਨ ਦੇ ਵਿੱਚ ਆ ਕੇ ਮੋਕਸ਼ ਪ੍ਰਾਪਤ ਕਰਦਾ ਹੈ। ਜੇ ਤੇਰੀ ਰੌਸ਼ਨੀ ਉਹਨੂੰ ਮਿਲ ਜਾਵੇ ਤਾਂ ਉਹ ਤਰ ਜਾਂਦਾ ਹੈ।
ਧਾਰ ਰਿਹੋ ਸੁਆਮੀ ਓਤ ਪੋਤ, ਤਾਣਾ ਪੇਟਾ। ਸਾਰੇ ਸੰਸਾਰ ਦਾ ਆਪਣੇ ਹੱਥ ਵਿੱਚ, ਆਪਣੇ ਵੱਸ ਵਿੱਚ ਰੱਖਿਆ ਹੋਇਆ ਹੈ ਤੈਂ। ਨਿਰੰਕਾਰ ਤੂੰ ਕੰਟਰੋਲ ਕਰਦਾ ਹੈ ਆਪਣੀ ਬਣਾਈ ਹੋਈ ਆਪਣੀ ਲੀਲਾ ਨੂੰ। ਆਪਣੀ ਬਣਾਈ ਹੋਈ ਬਗੀਚੀ ਦੇ ਫੁੱਲ ਖਿੜੇ ਦੇਖਦਾ ਹੈ। ਦੇਖ ਕੇ ਪਾਤਸ਼ਾਹ ਪ੍ਰਸੰਨ ਹੁੰਦਾ ਹੈ। ਪਰ ਸਾਰਾ ਕੁਝ ਤੈਂ ਆਪਣੇ ਹੱਥਾਂ ਦੇ ਵਿੱਚ ਰੱਖਿਆ ਹੋਇਆ ਹੈ, ਆਪਣੇ ਵੱਸ ਦੇ ਵਿੱਚ ਰੱਖਿਆ ਹੋਇਆ ਹੈ। ਇਹ ਸੰਸਾਰ ਦਾ ਤਾਣਾ ਪੇਟਾ ਓਤ ਪੋਤ। ਗੁਰ ਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸਾਸ। ਗੁਰੂ ਦੀ ਕਿਰਪਾ ਦੇ ਨਾਲ ਵਹਿਮੀਆਂ ਦਾ ਵਹਿਮ ਦੂਰ ਹੋ ਜਾਂਦਾ ਹੈ। ਸਾਰੀ ਜ਼ਿੰਦਗੀ ਭਰਮ 'ਚ ਰਹਿਣ ਵਾਲੇ ਲੋਕ, ਭਰਮੀ ਲੋਕ ਭਰਮ ਰਹਿਤ ਹੋ ਜਾਂਦੇ ਹਨ। ਸਾਰੀ ਜ਼ਿੰਦਗੀ ਡਰਨੇ ਵਾਲੇ ਡਰਪੋਕ ਲੋਕ ਡਰ ਰਹਿਤ, ਭੈ ਰਹਿਤ ਹੋ ਜਾਂਦੇ ਹਨ। ਗੁਰ ਪ੍ਰਸਾਦ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਨਸਾਨ ਤਰ ਜਾਂਦਾ ਹੈ। ਨਾਨਕ ਤਿਨ ਮੈਂ ਇਹੋ ਵਿਸਾਸ। ਹੇ ਨਾਨਕ, ਉਹਨਾਂ ਲੋਕਾਂ ਦਾ ਜਿਹੜੇ ਤਰ ਜਾਂਦੇ ਹਨ, ਭਰਮ ਰਹਿਤ ਹੋ ਜਾਂਦੇ ਹਨ, ਡਰ ਰਹਿਤ ਹੋ ਜਾਂਦੇ ਹਨ, ਉਹਨਾਂ ਦਾ ਗੁਰੂ ਤੇ ਪੱਕਾ ਭਰੋਸਾ ਹੈ, ਪੱਕਾ ਵਿਸ਼ਵਾਸ ਹੈ। ਉਹ ਜੇ ਉੱਤੇ ਨਹੀਂ ਜਿਉਂਦੇ, ਉਹਨਾਂ ਦੇ ਲਈ ਪੱਕਾ ਅਟੱਲ ਹੈ। ਉਹਨਾਂ ਦਾ ਪੱਕਾ ਇਰਾਦਾ ਹੈ ਕਿ ਉਹ ਮੌਜੂਦ ਹੈ, ਭਰੋਸਾ ਹੈ। ਭਗਤਾਂ ਦੀ ਦੁਨੀਆ ਭਰੋਸੇ ਉੱਤੇ ਖੜੀ ਹੈ। ਵਾਹਿਗੁਰੂ ਦੇ ਜਨ, ਵਾਹਿਗੁਰੂ ਦੇ ਦਾਸ ਉਹਦਾ ਇਮਤਿਹਾਨ ਨਹੀਂ ਲੈਂਦੇ, ਉਹਨੂੰ ਚੈੱਕ ਨਹੀਂ ਕਰਦੇ, ਉਹਦੇ ਉੱਤੇ ਸ਼ੱਕ ਨਹੀਂ ਕਰਦੇ। ਸ਼ੱਕ ਪਿਆਰ ਦਾ, ਰਿਸ਼ਤੇ ਦਾ ਨਾਸ ਹੈ। ਗੁਰੂ ਪਿਆਰਿਓ, ਇੱਕ ਛੋਟਾ ਜਿਹਾ ਪ੍ਰਸੰਗ। ਜੀਸਸ ਕ੍ਰਾਈਸਟ ਕਹਿੰਦੇ ਨੇ ਇੱਕ ਵਾਰ ਜੀਸਸ ਕ੍ਰਾਈਸਟ ਨੂੰ ਸ਼ੈਤਾਨ ਮਿਲਣ ਆਇਆ। ਦੁਨੀਆ ਦਾ ਨੈਗੇਟਿਵ ਪਾਤਰ, ਸ੍ਰਿਸ਼ਟੀ ਦਾ ਵਿਲਨ, ਖਲਨਾਇਕ ਜੀਸਸ ਨੂੰ ਮਿਲਣ ਆਇਆ ਤੇ ਜੀਸਸ ਸਾਹਿਬ ਨੂੰ ਕਹਿਣ ਲੱਗਿਆ ਕਿ ਸੁਣਿਆ ਤੁਸੀਂ ਇਸ ਯੁੱਗ ਦੇ ਪੈਗੰਬਰ ਹੋ, ਪ੍ਰੋਫਟ ਹੋ, ਤੁਸੀਂ ਸੰਸਾਰ ਨੂੰ ਤਾਰਨ ਆਏ ਹੋ। ਮੈਂ ਸੋਚਿਆ ਮੈਂ ਤੁਹਾਡੇ ਦਰਸ਼ਨ ਕਰਦਾ ਜਾਵਾਂ। ਕਹਿੰਦੇ ਕਹਾਣੀ ਹੈ ਕਿ ਜੀਸਸ ਮੁਸਕਰਾਇਆ, ਕਹਿਣ ਲੱਗਾ ਅੱਗੇ ਦੱਸੋ ਤੁਹਾਡਾ ਕੀ ਸਵਾਲ ਹੈ। ਸ਼ੈਤਾਨ ਕਹਿਣ ਲੱਗਿਆ ਆਹ ਪਹਾੜੀ ਹੈ, ਉੱਚੀ ਪਹਾੜੀ, ਤੁਸੀਂ ਇਹਦੇ ਉੱਤੋਂ ਛਲਾਂਗ ਲਗਾ ਦਿਓ। ਤੁਸੀਂ ਪ੍ਰੋਫਟ ਹੋ, ਅਵਤਾਰ ਹੋ, ਦੁਨੀਆ ਨੂੰ ਤਾਰਨ ਦੇ ਲਈ ਆਏ ਹੋ, ਭਗਵਾਨ ਦੇ ਪੁੱਤਰ ਹੋ, ਤੁਸੀਂ ਕੁੱਦ ਜਾਵੋ ਪਹਾੜੀ ਤੋਂ। ਕਹਿੰਦੇ ਜੀਸਸ ਫਿਰ ਮੁਸਕਰਾਇਆ, ਕਹਿਣ ਲੱਗਾ ਦੂਸਰੇ ਪਾਸੇ ਡਿੱਗ ਜਾਵਾਂਗਾ,
ਕਹਿ ਕੇ ਮੁਸਕਰਾ ਪਿਆ ਤਾਂ ਕਹਿਣ ਲੱਗਾ ਸ਼ੈਤਾਨ ਕਿ ਦੂਸਰੇ ਪਾਸੇ ਬਹੁਤ ਸਾਰੇ ਏਂਜਲ ਦੇਵਤੇ ਖੜੇ ਹਨ ਜਿਹੜੇ ਤੁਹਾਡੇ ਸੱਟ ਨਹੀਂ ਲੱਗਣ ਦੇਣਗੇ, ਤੁਹਾਨੂੰ ਬਚਾ ਲੈਣਗੇ। ਜਿਸ ਤੀਸਰੀ ਵੇਰ ਮੁਸਕਰਾ ਕੇ ਕਹਿਣ ਲੱਗਿਆ ਇਹ ਤਾਂ ਤੇਰੀ ਗੱਲ ਠੀਕ ਹੈ, ਪਰ ਮੈਂ ਆਪਣੇ ਪ੍ਰੀਤਮ ਦਾ, ਆਪਣੇ ਪਿਤਾ ਦਾ ਟੈਸਟ ਨਹੀਂ ਲੈ ਸਕਦਾ, ਉਹਨੂੰ ਚੈੱਕ ਨਹੀਂ ਕਰ ਸਕਦਾ, ਕਿਉਂਕਿ ਮੈਨੂੰ ਵਿਸ਼ਵਾਸ ਹੈ, ਪੂਰਨ ਵਿਸ਼ਵਾਸ ਹੈ ਕਿ ਮੈਨੂੰ ਉਹ ਬਚਾ ਲਵੇਗਾ। ਮੈਂ ਕਿਉਂ ਉਹਦੀ ਪ੍ਰੀਖਿਆ ਲਵਾਂ? ਪ੍ਰੀਖਿਆ ਉਹੀ ਲੋਕ ਲੈਂਦੇ ਹਨ ਜਿਨ੍ਹਾਂ ਨੂੰ ਸ਼ੱਕ ਹੋਵੇ, ਜਿਵੇਂ ਕਿ ਤੈਨੂੰ ਮੇਰੇ ਉੱਤੇ ਸ਼ੱਕ ਹੈ। ਕਹਿੰਦੇ ਨੀਵੀਂ ਪਾ ਕੇ ਸ਼ੈਤਾਨ ਤੁਰ ਗਿਆ। ਗੁਰੂ ਪਿਆਰਿਓ, ਨਾਨਕ ਤੈਨ ਮੈਂ ਇਹੋ ਵਿਸਾਸ, ਉਹਨਾਂ ਪਿਆਰਿਆਂ ਦਾ ਭਰੋਸਾ ਹੈ। ਪ੍ਰਹਲਾਦ ਆਪਣੇ ਵਰਗੇ ਜਮਾਤੀਆਂ ਨਾਲ ਹਰਨਾਕਸ਼ ਭਗਵਾਨ ਕਹਿ ਸਕਦਾ ਸੀ? ਕੀ ਫਰਕ ਪੈਂਦਾ ਸੀ? ਪਰ ਅੱਜ ਪ੍ਰਹਲਾਦ ਨੂੰ ਕਿਹਨੇ ਯਾਦ ਕਰਨਾ ਸੀ? ਧਰੂ ਵੀ ਹੋਰਾਂ ਬੱਚਿਆਂ ਵਾਂਗੂ ਗੁਣ ਗਾਇਨ ਕਰ ਸਕਦਾ ਸੀ ਹੰਕਾਰੀਆਂ ਦਾ, ਪਰ ਮਾਂ ਦੇ ਉਪਦੇਸ਼ ਦੇ ਨਾਲ ਤਰ ਗਿਆ, ਤਾਰਾ ਬਣ ਗਿਆ, ਅਟਲ ਅਮਰ ਹੋ ਗਿਆ। ਕਲਗੀਆਂ ਵਾਲੇ ਪਾਤਸ਼ਾਹ ਦੇ 2 ਦਿਲਾਂ ਦੇ ਟੁਕੜੇ, ਛੋਟੇ ਸਾਹਿਬਜ਼ਾਦੇ ਜੇ ਉਹਨਾਂ ਦੀ ਗੱਲ ਮੰਨ ਲੈਂਦੇ, ਜਿਹੜੇ ਏਡੀਆਂ ਵੱਡੀਆਂ ਵੱਡੀਆਂ ਕਰਾਮਾਤਾਂ ਦਾ ਲਾਲਚ ਦੇ ਰਹੇ ਸੀ, ਸਵਰਗ ਦਿਖਾ ਰਹੇ ਸੀ, ਤਾਂ ਅੱਜ ਪਰਲਿਓ ਆ ਜਾਂਦੀ ਝੂਠ ਦੀ। ਉਹਨਾਂ ਮਾਸੂਮ ਜਿੱਦਾਂ ਨੇ ਸੱਚ ਨੂੰ ਕਾਇਮ ਰੱਖਣ ਦੇ ਲਈ, ਸੱਚ ਨੂੰ ਸਿਜਦਾ ਕਰਨ ਦੇ ਲਈ, ਆਪਣੇ ਪਿਤਾ ਦੇ ਸੱਚ ਨੂੰ, ਆਪਣੇ ਦਾਦੇ ਦੇ ਸੱਚ ਨੂੰ, ਜ਼ਾਲਮਾਂ ਨੂੰ ਛੋਟੇ ਬਣਾਉਣ ਦੇ ਲਈ ਆਪਣੇ ਮਾਸੂਮ ਸਰੀਰ ਵਾਰ ਦਿੱਤੇ। ਉਹਨਾਂ ਨੂੰ ਵਿਸ਼ਵਾਸ ਸੀ ਕਿ ਸਾਡਾ ਪਿਤਾ ਸਾਡੇ ਨਾਲ ਹੈ, ਸਾਡਾ ਦਾਦਾ ਸਾਡੇ ਨਾਲ ਹੈ। ਗੁਰ ਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੇ ਇਹੋ ਵਿਸਾਸ। ਇਹ ਭਰੋਸਾ ਹੈ ਜਦੋਂ ਬੰਦ ਕਟਵਾਇਆ ਜਾਂਦਾ ਹੈ, ਰੂਲ ਲਪੇਟ ਕੇ ਸੜਿਆ ਜਾਂਦਾ ਹੈ। ਇਹ ਭਰੋਸਾ ਹੈ ਅਕਾਲ ਦਾ। ਤੇਰਾ ਪਾਣਾ ਮੀਠਾ ਲਾਗੇ, ਤੱਤੀ ਤਵੀ ਉੱਤੇ ਬੈਠ ਕੇ ਠੰਡਕ ਮਹਿਸੂਸ ਹੁੰਦੀ ਹੈ। ਵਾਹਿਗੁਰੂ ਦੇ ਰੂਪ ਨੂੰ, ਅਕਾਲ ਦੇ ਰੂਪ ਨੂੰ, ਸ਼ਕਤੀ ਨੂੰ, ਭਗਤੀ ਨੂੰ, ਪਖੰਡ ਦਾ ਨਾਸ ਕਰਨ ਦੇ ਲਈ। ਗੁਰੂ ਪਿਆਰਿਓ, ਆਪਾਂ ਇੱਕ ਵੇਰ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਦੇ ਨਾਲ ਵੇਦ ਪੁਰਾਨ ਸਿਮਰਤ ਮੈਂ ਦੇਖ, behold him in the Vedas, Puranas and Simritis. He is everywhere. See it. Shashir, Sur, Nakhatar mein ek, in the moon, in the sun, and in the stars. He, the Lord, is everywhere. He is all over. बाणी प्रभ की सबको बोलै, आप अडोल न कबहू डोलै। Lord's Gurbani
everyone repeats, everyone sing the song of God, Khamari song. He is unwavering and wavers not ever. ਸਰਬ ਕਲਾ ਕਰ ਖੇਲੇ ਖੇਲ, ਮੋਲ ਨਾ ਪਾਈਏ ਗੁਣੇ ਅਮੋਲ. With all the skills he plays his place. His worth cannot be appraised, priceless are his merits. ਸਰਬ ਜੋਤ ਮੈਂ ਜਾਕੀ ਜੋਤ, ਧਾਰ ਰਹਿਓ ਸੁਆਮੀ ਓਤ ਪੋਤ. Amongst all the light is his light. The Lord is holding the warp and woof of the world. ਗੁਰ ਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੇ ਇਹੋ ਵਿਸਾਸ. Whose doubt is dispelled by Guru's grace. In them, O Nanak, is this firm faith. The Lord is holding the warp and woof of the world. Whose doubt is dispelled by Guru's grace, in them, O Nanak, is the firm faith. ਮੁੜ ਕੇ ਫੇਰ ਗੁਰੂ ਪਿਆਰਿਓ ਭਰੋਸੇ ਦੀ, ਡੈਡੀਕੇਸ਼ਨ, ਲਾਇਲਟੀ, ਫੇਥਫੁਲ. ਜਿਨ੍ਹਾਂ ਨੇ ਇੱਕ ਨੂੰ ਪਿਆਰ ਨਹੀਂ ਕੀਤਾ, ਉਹਨਾਂ ਨੂੰ ਪਿਆਰ ਦਾ ਪਤਾ ਹੀ ਨਹੀਂ ਚੱਲਦਾ. ਲੋੜ ਨੂੰ ਪਿਆਰ ਕਹੀ ਜਾਂਦੇ ਨੇ, ਸਮਝੌਤੇ ਨੂੰ ਮਿਲਣ ਦਾ ਨਾਂ ਦੇ ਦਿੰਦੇ ਹਨ. ਪ੍ਰਭੂ ਦਾ ਪਿਆਰ ਜਿਹਨੂੰ ਮਿਲ ਗਿਆ, ਉਹਨੂੰ ਪਿਆਰ ਦੀ ਸਮਝ ਪੈ ਗਈ. ਸਾਚ ਕਹੋ ਸੁਣ ਲਿਓ ਸਭੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ. ਪ੍ਰੇਮ ਵਾਹਿਗੁਰੂ ਦਾ, ਅਕਾਲ ਪੁਰਖ ਦਾ. ਬਾਬੇ ਬੁੱਢੇ ਨੇ ਛੋਟੀ ਉਮਰ ਦੇ ਵਿੱਚ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਨਾਲ ਪ੍ਰੇਮ ਕੀਤਾ. ਬਾਬਾ ਬੁੱਢਾ ਅਕਲ ਵਾਲਾ, ਵਿਵੇਕ ਬੁੱਧ ਵਾਲਾ ਬਾਬਾ ਬਣ ਨਿਬੜਿਆ. ਰਹਿੰਦੀ ਦੁਨੀਆ ਤੱਕ ਬਾਬਾ ਬੁੱਢਾ ਸਿਆਣਾ, ਦੁਨੀਆ ਦੀ ਸਾਰੀ ਸਿਆਣਪ ਦਾ ਮਾਲਕ. ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਸੰਗੀ ਤਰ ਗਿਆ, ਤਾਰਨ ਸਮਰੱਥ ਹੋ ਗਿਆ. ਜਿਹਨੂੰ ਪ੍ਰੇਮ ਲੱਗ ਗਿਆ, ਉਹ ਪ੍ਰੇਮੀ ਬਣ ਗਿਆ. ਪ੍ਰੇਮ ਹੀ ਵੰਡਦਾ ਰਿਹਾ, ਗੁਣਾਂ ਦਾ ਖਜ਼ਾਨਾ ਤੇ ਗੁਣ ਵੰਡਦਾ ਰਿਹਾ. ਗੁਰੂ ਨਾਨਕ ਦੀ ਮਿਹਰ ਨਾਲ, ਉਸ ਸੁਆਮੀ ਨਾਲ ਜਿਹਦਾ ਪਿਆਰ ਹੋ ਗਿਆ, ਜਿਹਨੇ ਤਾਰੇ ਬਣਾਏ, ਸੂਰਜ ਬਣਾਇਆ, ਚੰਦਰਮਾ ਬਣਾਏ, ਧਰਤੀਆਂ ਬਣਾਈਆਂ, ਆਕਾਸ਼ ਬਣਾਏ, ਪਤਾਲ ਬਣਾਏ, ਉਹਨਾਂ ਦਾ ਸਾਥੀ ਬਣ ਗਿਆ. ਉਹਨੇ ਸਾਰੀ ਸੁੱਧ ਉਹਨਾਂ ਨੂੰ ਦੇ ਦਿੱਤੀ. ਆਪਣਾ ਰੂਪ ਬਣਾ ਲਿਆ ਉਹਨਾਂ ਨੂੰ, ਆਪਣੇ ਦਾਸਾਂ ਨੂੰ ਆਪਣੇ ਬਰਾਬਰ ਬਿਠਾ ਲਿਆ. ਗੁਰਬਾਣੀ ਦੀ ਬਖਸ਼ਿਸ਼ ਕੀਤੀ. ਨਾਨਕ ਜਾ ਵੰਡ ਦੇ. ਤੂੰ ਮੈਨੂੰ ਤੇਰਾ ਤੇਰਾ ਕਹਿ ਕੇ ਪੁਕਾਰਦਾ ਸੀ ਨਾਨਕ, ਆ ਚੱਕ ਗਰੀਬੀ ਸਾਰੀ ਦੁਨੀਆ 'ਚ ਵੰਡ ਦੇ. ਨਾਨਕ ਤੇਰੀ ਫਿਲਾਸਫੀ ਦੁਨੀਆ ਦੇ ਵਿੱਚ ਨਹੀਂ ਹੈ, ਤੇਰੀ ਫਿਲਾਸਫੀ ਮੇਰੀ ਫਿਲਾਸਫੀ ਹੈ. ਮਾਇਆ ਈਗੋ ਦੇ ਨਾਲ ਨਚਾਉਂਦੀ ਹੈ ਲੋਕਾਂ ਨੂੰ. ਨਾਨਕ ਤੂੰ ਨਿਮਰਤਾ ਦੇ ਨਾਲ
ਉਹਨਾਂ ਨੂੰ ਖਮਾਰੀ ਵੰਡਦੇ। ਗੁਰੂ ਨਾਨਕ ਸਾਹਿਬ ਨੇ 13 ਕਰਕੇ ਪ੍ਰਭੂ ਦਾ ਮਨ ਜਿੱਤ ਲਿਆ। ਮੁੜ ਕੇ 13 ਤੋਂ ਵੱਧ ਗਿਣਤੀ ਨਹੀਂ ਕੀਤੀ। 12 ਤੋਂ ਬਾਅਦ 13 13 13 13। ਅੱਜ ਦੁਨੀਆ ਦੇ ਵਿੱਚ ਸਿੱਖ ਉਸ ਨੰਬਰ ਤੇ ਆ ਕੇ ਰੁਕ ਜਾਂਦੇ ਹਨ। ਗੁਰੂ ਦੇ ਪ੍ਰੇਮ ਕਰਨ ਵਾਲੇ 13 ਨੂੰ 13 ਹੀ ਮੰਨਦੇ ਹਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਆਚਾਰਿਆ ਹੋਇਆ 13 ਦੁਨੀਆ ਦੇ ਵਿੱਚ ਇੱਕ ਪਵਿੱਤਰ ਸ਼ਬਦ ਬਣ ਚੁੱਕਿਆ ਹੈ। ਬੇਸ਼ੱਕ ਕਈ ਇਸ਼ਟਾਂ ਦੇ ਵਿੱਚ 13 ਨੂੰ ਬੇਸ਼ਗਨ ਮੰਨਿਆ ਜਾਂਦਾ ਹੈ, ਪਰ ਮੇਰਾ ਪ੍ਰੀਤਮ ਪਿਆਰਾ ਬੇਸ਼ਗਨਾਂ ਨੂੰ ਸਗਨ ਬਣਾਉਂਦਾ ਹੈ, ਅਪਵਿੱਤਰਾਂ ਨੂੰ ਪਵਿੱਤਰ ਕਰਦਾ ਹੈ। ਅੱਜ ਵੀ ਸੰਸਾਰ ਦੇ ਵਿੱਚ ਜਦੋਂ ਯੁੱਧਾਂ ਜੰਗਾਂ ਦੇ ਵਿੱਚ ਗੁਰੂ ਦੇ ਪਿਆਰੇ ਲੰਗਰ ਲਗਾਉਂਦੇ ਹਨ, ਲੋੜਵੰਦਾਂ ਨੂੰ ਛਕਾਉਂਦੇ ਹਨ, ਗਰੀਬਾਂ ਦਾ ਢਿੱਡ ਭਰਦੇ ਹਨ, ਤਾਂ 13 ਦੀ ਆਵਾਜ਼ ਆਉਂਦੀ ਹੈ। ਸੱਚੇ ਸੌਦੇ ਦੀ ਆਵਾਜ਼ ਆਉਂਦੀ ਹੈ। ਜਿਹੜਾ ਗੁਰੂ ਨਾਨਕ ਨੇ ਵਪਾਰ ਕੀਤਾ, ਇਨਵੈਸਟਮੈਂਟ ਕੀਤੀ, ਸੌਦਾਗਰੀ ਕੀਤੀ, ਉਹ ਅੱਜ ਦੁਨੀਆ ਨੇ ਪ੍ਰਵਾਨ ਕਰ ਲਈ ਹੈ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਨੇ ਅਪਾਰ ਕਿਰਪਾ ਕੀਤੀ ਹੈ। ਅੱਜ ਆਪਾਂ 23ਵੀਂ ਅਸ਼ਟਪਦੀ ਦਾ 3 ਪਦ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਵਿਚਾਰਿਆ ਹੈ। ਨਿਰੰਕਾਰ ਨੇ ਮਿਹਰ ਕੀਤੀ ਹੈ। ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।